ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਿਲਾ ਪਹਿਲਾ। ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਐ ਲੈ, ਜਿਹਾ ਵੇਖੈ ਤੇਹਾ ਵੇਖ, ਨਾਨਕ ਹੁਕਮੀ ਲਿਖਿਐ ਲੈ, ਜਿਹਾ ਵੇਖੈ ਤੇਹਾ ਵੇਖ। ਸੋ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਆਸਾ ਕੀ ਵਾਰ ਜੀ ਦੀ 7ਵੀਂ ਪੌੜੀ ਦੇ ਨਾਲ ਸੰਬੰਧ ਰੱਖਣ ਵਾਲੇ ਪਹਿਲੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। We have just listened to the part of the first slok that is connected to the 7th ਪੌੜੀ of ਆਸਾ ਕੀ ਵਾਰ। ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਸ਼ਲੋਕ ਨੂੰ ਪੜ੍ਹ ਕੇ, ਇਸ ਸ਼ਲੋਕ ਦੀ ਵਿਚਾਰ ਕਰਕੇ ਸਾਡਾ ਕੀ ਨਜ਼ਰੀਆ ਬਣਿਆ। What has our opinion, or what is our opinion on this slok after we read it, after we did vichar of it? What is Guru Pasha trying to say according to us? ਇਸ ਸ਼ਲੋਕ ਦੀ ਸ਼ੁਰੂਆਤ ਹੁੰਦੀ ਹੈ ਪਾਸ਼ਾ ਕਹਿੰਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ। ਠੀਕ ਹੈ, ਤੇ ਆਮ ਕਰਕੇ ਆਪਾਂ ਜਦੋਂ ਪ੍ਰਚਾਰ ਕਰਦੇ ਹਾਂ ਤਾਂ ਇਦਾਂ ਹੀ ਅਰਥ ਸੁਣਦੇ ਆ ਰਹੇ ਹਾਂ ਕਿ ਵੇਖੋ ਜੀ, ਬੰਦਾ ਹਉਮੈ ਵਿੱਚ ਆਉਂਦਾ ਹੈ, ਬੰਦਾ ਹਉਮੈ ਵਿੱਚ ਜਾਂਦਾ ਹੈ, ਬੰਦਾ ਹਉਮੈ ਵਿੱਚ ਜਨਮ ਲੈਂਦਾ ਹੈ, ਹਉਮੈ ਵਿੱਚ ਮਰਦਾ ਹੈ। We say in ego we come, in ego we go, in ego we are born, and in ego we die। ਠੀਕ ਹੈ ਜੀ। ਪਰ ਬਹੁਤ ਸਾਰੇ ਸ਼ਬਦ ਤੁਹਾਨੂੰ ਇਦਾਂ ਦੇ ਵੀ ਮਿਲਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚੋਂ, ਜਿਹਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਬੱਚੇ ਜਦੋਂ ਜਨਮ ਲੈਂਦੇ ਹਨ ਬਿਲਕੁਲ ਭੋਲੇ ਹੁੰਦੇ ਹਨ, ਪਿਓਰ ਹੁੰਦੇ ਹਨ। ਸਮਾਜ ਦੇ ਲੋਕ ਉਹਨੂੰ ਦੇਣਗੇ ਵੇ ਤੇਰਾ ਆ ਧਰਮ ਹੈ, ਤੇਰੀ ਆ ਜਾਤ ਹੈ, ਤੇਰੀ ਆ ਕੁਲ ਹੈ। ਬੱਚੇ ਨੂੰ ਕੁਝ ਨਹੀਂ, ਜਦੋਂ ਬੱਚਾ ਜਨਮ ਲੈਂਦਾ ਨਾ, ਉਹਨੂੰ ਕੁਝ ਨਹੀਂ ਪਤਾ। ਉਹ ਬਿਲਕੁਲ ਭੋਲਾ ਸੁਭਾਅ ਲੈ ਕੇ ਆਉਂਦਾ ਹੈ ਸੰਸਾਰ ਦੇ ਵਿੱਚ, ਜਿੱਦਾਂ ਕੁਦਰਤ ਨੇ ਉਹਨੂੰ ਬਣਾਇਆ, ਜਿੱਦਾਂ ਕੁਦਰਤ ਨੇ ਉਹਦੇ ਵਿੱਚ ਸ਼ਕਤੀ ਭਰੀ, ਇਨਸਟਿੰਕਟ ਭਰੇ, ਉਦਾਂ ਆਉਂਦਾ ਹੈ। There are many shabds in Guru Granth Sahib Ji where Pasha says that when a child is born, he is born innocent. He is born very pure. Society will put labels on him. Society will put labels on her. You belong to this religion. You belong to this caste. You belong to this goat. Otherwise, when a child is born, he is born innocently, just like nature intended it to be. He is born and he relies on his instincts alone. So what is Guru Pasha trying to say in this podi? ਇੱਥੇ ਗੱਲ ਹਉਮੈ ਦੀ ਨਹੀਂ ਚੱਲਦੀ, ਇੱਥੇ ਗੱਲ ਅਗਿਆਨਤਾ ਦੀ ਚੱਲਦੀ ਹੈ, ਜਿਹਦੇ ਕਾਰਨ ਬੰਦੇ ਦੇ ਵਿੱਚ ਹਉਮੈ ਉਪਜਦੀ ਹੈ। Guru Pasha is talking about ignorance in this shabd, talking about agyanata, talking about lack of wisdom. And from lack of wisdom, what gives birth? What takes birth from a lack of wisdom? Ego takes birth. ਪਾਸ਼ਾ ਕਹਿੰਦੇ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ। ਬੰਦਾ ਅਗਿਆਨਤਾ ਦੇ ਵਸ ਹੋ ਕੇ ਇਦਾਂ ਅਖੌਤੀ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਵਿਸ਼ਵਾਸ ਰੱਖਦਾ ਹੈ। Falling into the trap of ignorance, we hold this delusion that reincarnation exists, that Jamman Marna exists.
and to save ourselves from being thrown into that brutal cycle. ਤੇ ਬੰਦਾ ਆਪਣੇ ਆਪ ਨੂੰ ਬਚਾਉਣ ਵਾਸਤੇ ਵੀ ਯਾਰ ਮੈਨੂੰ ਨਾ ਜੂਨਾਂ ਦੇ ਵਿੱਚ ਪਾ ਦੇਵੇ ਪੁਜਾਰੀ, ਮੈਨੂੰ ਨਾ ਜੂਨਾਂ ਦੇ ਵਿੱਚ ਪਾ ਦੇਵੇ ਰੱਬ, ਤਾਂ ਫਿਰ ਕੀ ਕਰਦਾ? ਹੌਂ ਵਿੱਚ ਆਇਆ, ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ, ਹੌਂ ਵਿੱਚ ਮੁਆ, ਹੌਂ ਵਿੱਚ ਦਿੱਤਾ। ਅਗਿਆਨਤਾ ਦੇ ਵਸ ਹੋ ਕੇ ਬੰਦਾ ਧਰਮ ਦੇ ਨਾਮ ਤੇ ਦਾਨ ਪੁੰਨ ਕਰਦਾ ਹੈ, ਪੁਜਾਰੀਆਂ ਨੂੰ ਪੈਸੇ ਦਿੰਦਾ ਹੈ, ਬਾਬਿਆਂ ਨੂੰ ਪੈਸੇ ਦਿੰਦਾ ਵੀ ਯਾਰ ਇਹਨਾਂ ਦੀ ਤਾਂ ਸਿੱਧੀ ਚੱਲਦੀ ਹੈ ਨਾ ਰੱਬ ਦੇ ਨਾਲ ਗੱਲਬਾਤ, ਵੀ ਇਹਨਾਂ ਦੀਆਂ ਤਾਂ ਤਾਰਾਂ ਜੁੜੀਆਂ ਹੋਈਆਂ ਸਵਰਗਾਂ 'ਚ, ਵੀ ਇਹਨਾਂ ਨੇ ਤਾਂ ਕਹਿ ਦੇਣਾ ਵੀ ਫਲਾਣੇ ਭਗਤ ਨੇ ਬਹੁਤ ਪੈਸੇ ਦਿੱਤੇ, ਰੱਬ ਜੀ ਇਹਨੂੰ ਜੂਨਾਂ ਤੋਂ ਬਚਾਓ। ਪਰ ਪਾਤਸ਼ਾਹ ਕਹਿੰਦੇ ਨੇ ਸਾਰਾ ਅਗਿਆਨਤਾ ਦੇ ਵਿੱਚ ਹੋ ਰਿਹਾ। ਅਗਿਆਨਤਾ ਦੇ ਵਸ ਵਿੱਚ ਪੈ ਕੇ ਬੰਦਾ ਦੇ ਰਿਹਾ ਹੈ ਦਾਨ, ਤਾਂ ਅਗਿਆਨਤਾ ਦੇ ਕਾਰਨ ਪੁਜਾਰੀ ਲੈ ਰਿਹਾ ਹੈ। ਗੁਰੂ ਪਾਤਸ਼ਾਹ says because of ignorance, to save themselves from this cycle of reincarnation, people give charity in the name of religion. We thinking that the Baba that they are giving charity to, that the pujari that they are giving charity to, has a straight connection with God. This Baba, you must have cell towers in heaven. He has God on speed dial. Phone laya, he calls God and he tells him, we got this guy, he gave me this much charity in the name of religion. Save him from this cycle of reincarnation. It all happens because of ignorance. ਹੌਂ ਵਿੱਚ ਦਿੱਤਾ, ਹੌਂ ਵਿੱਚ ਲਿਆ, ਹੌਂ ਵਿੱਚ ਖੱਟਿਆ। ਜਿਹੜਾ ਪੈਸਾ ਲੋਕੀ ਇਕੱਠਾ ਕਰਦੇ ਹਨ, the money that people make through their work, through their businesses, and then they give that in the name of religion because they have fallen in the trap of ignorance. Guru Sahib Ji says that all goes to waste. They were giving it thinking that it would go into a good place, but because the pujari is full of ignorance himself, because the people are full of ignorance themselves, where will that money go? Where will that donation go? It will go on perpetuating ignorance further. ਕਹਿੰਦੇ ਬੰਦਾ ਬਿਜ਼ਨਸ ਕਰਕੇ ਪੈਸੇ ਇਕੱਠੇ ਕਰਦਾ, ਮੈਂ ਧਾਰਮਿਕ ਸਥਾਨਾਂ ਤੇ ਜਾ ਕੇ ਪੈਸਾ ਚੜਾਉਣਾ ਹੈ, ਉਹ ਵੀ ਅਗਿਆਨਤਾ ਦੇ ਵਸ ਵਿੱਚ ਚੜਾ ਰਿਹਾ ਹੈ। ਤਾਂ ਜਿਹੜਾ ਪੁਜਾਰੀ ਹੈ ਉਹ ਵੀ ਅਗਿਆਨਤਾ ਦੇ ਵਸ ਵਿੱਚ ਹੋ ਕੇ ਲੈ ਰਿਹਾ ਹੈ। ਭਾਵ ਅਗਿਆਨਤਾ ਦੇ ਵਿੱਚ ਦਿੱਤਾ ਪੈਸਾ ਤੇ ਅਗਿਆਨਤਾ ਦੇ ਵਿੱਚ ਲਿਆ ਪੈਸਾ ਸਾਰੇ ਦਾ ਸਾਰਾ ਵਿਅਰਥ ਜਾਵੇਗਾ। ਹੌਂ ਵਿੱਚ ਸਚਿਆਰ ਕੂੜਿਆਰ। ਤੇ ਪਾਤਸ਼ਾਹ ਕਹਿੰਦੇ ਨੇ ਅਗਿਆਨਤਾ ਦੇ ਕਾਰਨ ਬੰਦਾ ਝੂਠਿਆਂ ਨੂੰ ਸੱਚੇ ਸਾਬਤ ਕਰਦਾ ਹੈ। Because the society has fallen into the trap of ignorance. What are the people of the world doing? They are calling people who are practicing falsehood, they are saying that these are the true individuals. ਅੱਜ ਨਹੀਂ ਹੋ ਰਿਹਾ, ਅੱਜ ਇਦਾਂ ਸਾਡੇ ਸਾਹਮਣੇ ਨਹੀਂ ਹੋ ਰਿਹਾ ਸਾਰਾ ਕੁਝ। ਯਾਰ ਜਿੰਨੇ ਬਾਬੇ ਦਾ ਡੇਰਿਆਂ ਵਿੱਚ ਬੈਠੇ ਐਸ਼ ਕਰਦੇ ਆ, ਏਦਾਂ ਸਿਰ ਉੱਤੇ ਹੱਥ ਫੇਰਨਗੇ ਉਹ, ਏਦਾਂ ਸੱਚੀ ਨਹੀਂ ਲੱਗਦਾ ਵੀ ਯਾਰ ਕੁੜਿਆਰਾਂ ਦੇ ਕੁੜਿਆਰ ਬੈਠੇ ਉੱਥੇ। ਜਿਨ੍ਹਾਂ ਨੂੰ ਗਿਆਨ ਆਇਆ ਉਹਨਾਂ ਨੂੰ ਪਤਾ ਆ ਯਾਰ ਬੰਦਾ ਹੀ ਆ, ਪਰ ਜਿਹੜੇ ਅਗਿਆਨਤਾ ਦੇ ਵਸ ਵਿੱਚ ਹੋ ਕੇ ਜੀ ਰਹੇ ਹਨ ਉਹਨਾਂ ਨੂੰ ਉਹ ਕੁੜਿਆਰ ਬਾਬਾ ਕੀ ਲੱਗੇਗਾ, ਉਹਨੂੰ ਸਚਿਆਰਾ ਲੱਗੇਗਾ। ਤਾਂ ਹੀ ਤਾਂ ਬੰਦਾ ਮਿੰਟ ਨਹੀਂ ਲਾਉਂਦਾ, ਔਰਤਾਂ ਵੀ ਛੱਡ ਆ ਜਾਂਦਾ ਡੇਰਿਆਂ 'ਚ, ਨਿੱਕੇ ਨਿੱਕੇ ਬੱਚੇ ਵੀ ਛੱਡ ਆ ਜਾਂਦਾ ਡੇਰਿਆਂ 'ਚ, ਕਿਉਂਕਿ ਉਹਨੂੰ ਲੱਗਦਾ ਹੈ ਵੀ ਆ ਜਿਹੜਾ ਬਾਬਾ ਹੈ ਬੜਾ ਸੱਚਾ ਹੈ। ਇਹਦੀ ਨੀਤੀ ਕਿੱਥੇ ਖਰਾਬ ਹੋ ਸਕਦੀ ਹੈ? ਪਰ ਇਸ ਕਰਕੇ ਬਾਣੀ ਵਿੱਚ ਲਿਖਦਾ ਨਹੀਂ ਯਾਰ ਗੱਜ ਸਾਢੇ ਤੈਂ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨਾ ਜਪ ਮਾਲੀਆਂ ਲੁੱਟੇ ਹੱਥ ਨਿਬੱਗ ਭੁਲੇਖਾ ਨਾ ਖਾ ਲੋ ਯਾਰ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਜੇ ਉਸ ਵੇਲੇ ਬਨਾਰਸ ਦੇ ਠੱਗ ਸੀ ਨਾ ਤਾਂ ਅੱਜ ਪੰਜਾਬ ਦੇ ਠੱਗ, ਅੱਜ ਵੱਖੋ ਵੱਖਰੇ ਇਲਾਕਿਆਂ ਦੇ ਠੱਗ, ਵੱਖੋ ਵੱਖਰੇ ਡੇਰਿਆਂ ਦੇ ਠੱਗ, ਸੰਪਰਦਾਵਾਂ ਦੇ ਠੱਗ ਸਾਰੇ ਇਕੱਠੇ ਹੋਏ ਆ। ਤੇ ਲੋਕੀ ਕੀ ਸਮਝਦੇ ਆ? ਲੋਕੀ ਸਮਝਦੇ ਆ ਸਚਿਆਰੇ ਹਨ। ਹੌਂ ਵਿੱਚ ਕੂੜਿਆਰ ਸਚਿਆਰ, ਹੌਂ ਵਿੱਚ ਪਾਪ ਪੁੰਨ ਵਿਚਾਰ। And in ignorance, people mistake their bad deeds for good.
Meaning that we think that when we are giving charity to someone in the name of religion, it will go towards a good cause. But if we give that charity through ignorance, where will that money go? It will go for all the wrong reasons. ਬੰਦਾ ਇਦਾਂ ਪੁੰਨ ਸਮਝ ਕੇ ਪਾਪ ਕਮਾ ਰਿਹਾ ਹੈ, ਭਾਵ ਚੰਗਿਆਈ ਸਮਝ ਕੇ ਬੰਦਾ ਬੁਰਾਈ ਕਰ ਰਿਹਾ ਹੈ। ਤਾਂ ਇਸੇ ਵਿਚਾਰ ਵਿੱਚੋਂ ਕੀ ਉਪਜਦਾ ਹੈ? ਹਉ ਵਿੱਚ ਨਰਕ ਸੁਰਗ ਅਵਤਾਰ। ਇਸ ਵਿਚਾਰ ਤੋਂ ਨਰਕ ਅਤੇ ਸਵਰਗ ਦੀ ਫਿਲਾਸਫੀ ਉਪਜਦੀ ਹੈ। ਇਸ ਅਗਿਆਨਤਾ ਦੇ ਵਿੱਚੋਂ ਨਰਕ ਅਤੇ ਸਵਰਗ ਜਨਮ ਲੈਂਦੇ ਹਨ। And in this ignorance, in the midst of this ignorant society, what happens? Guru Pasha says the concept of heaven and hell takes birth. To keep a grasp on the public, the pujaris, they came up with this concept. After death you go to heaven based off what you did on this earth, and after death you go to hell based off of what you did on this earth. ਕਹਿੰਦੇ ਨੇ ਹਉ ਵਿੱਚ ਹੱਸੇ। ਅਗਿਆਨਤਾ ਫੈਲਾਉਣ ਵਾਲੇ ਲੋਕ ਇਦਾਂ ਪਰਜਾ ਤੇ ਦੇਖ ਦੇਖ ਕੇ ਹੱਸਦੇ ਨੇ। And the pujaris who make people become trapped in this net of ignorance, the pujaris who perpetuate this ignorance in society, when they sit behind closed doors, they laugh at the people because they have made society fools. And what does society do? ਪੁਜਾਰੀ ਤਾਂ ਲੋਕਾਂ ਦੇ ਉੱਤੇ ਹੱਸਦਾ ਹੈ, ਤਾਂ ਲੋਕੀ ਕੀ ਕਰਦੇ ਹਨ? ਹਉ ਵਿੱਚ ਹੱਸੇ, ਹਉ ਵਿੱਚ ਰੋਵੇ। ਤੇ ਅਗਿਆਨਤਾ ਦੇ ਵਸ ਵਿੱਚ ਫਸ ਕੇ, ਅਗਿਆਨਤਾ ਦੀ ਜਾਲ ਵਿੱਚ ਫਸ ਕੇ ਲੋਕੀ ਰੋ ਰਹੇ ਆ। ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਪੁਜਾਰੀ ਨੇ। And in this trap of ignorance, people are crying. Meaning that this ignorance, this way of life has made living on earth, has made their lives a living hell. ਹਉ ਵਿੱਚ ਹੱਸੇ, ਹਉ ਵਿੱਚ ਰੋਵੇ, ਹਉ ਵਿੱਚ ਭਰੀਏ, ਹਉ ਵਿੱਚ ਧੋਵੇ। ਪਾਸ਼ਾ ਕਹਿੰਦੇ ਨੇ ਯਾਰ ਪੁਜਾਰੀ ਤਾਂ ਆਪ ਮੈਲ ਨਾਲ ਭਰਿਆ ਪਿਆ ਹੈ, ਆਪ ਗੰਦਿਆਂ ਵਿਚਾਰਾਂ ਦੇ ਨਾਲ ਭਰਿਆ ਪਿਆ ਹੈ, ਵਕਾਰਾਂ ਦੀ ਮੈਲ ਨਾਲ ਭਰਿਆ ਪਿਆ ਹੈ। Guru Pasha says that the pujari himself is full of filth, full of hatred, full of ego, full of jealousy. ਹਉ ਵਿੱਚ ਭਰੀਏ, ਹਉ ਵਿੱਚ ਧੋਵੇ। ਪਰ ਪੁਜਾਰੀ ਕੀ ਕਰਦਾ ਹੈ? ਪੁਜਾਰੀ ਆਪਣੇ ਆਪ ਨੂੰ ਇਦਾਂ ਪਵਿੱਤਰ ਕਰਨ ਦੀ ਬਜਾਏ, ਗਿਆਨ ਹਾਸਲ ਕਰਨ ਦੀ ਬਜਾਏ ਹੋਰ ਅਗਿਆਨਤਾ ਫੈਲਾਉਂਦਾ ਹੈ ਤੇ ਲੋਕਾਂ ਨੂੰ ਕਹਿੰਦਾ ਹੈ ਵੀ ਜੇ ਤੁਸੀਂ ਆਪਣੀ ਮੈਲ ਧੋਣੀ ਚਾਹੁੰਦੇ ਹੋ ਨਾ ਤਾਂ ਇੱਥੇ ਧਾਰਮਿਕ ਸਥਾਨਾਂ ਤੇ ਆ ਕੇ ਇਸ਼ਨਾਨ ਕਰਿਆ ਕਰੋ। And instead of realizing that he is full of filth, instead of breaking free of those shackles, instead of helping out society, what does the pujari do? The pujari furthers this concept of ignorance. And he says that, oh, if the people are full of filth, they can come to my sarovars, they can come to my tirths and bathe in these so-called sacred waters. And then all of their sins will be washed away. Guru Pasha says, yeah, you are full of sins yourself. How can you say that you are going to wash other people's sins away? How can you take guarantee for other people's sins if you are sinful yourself? ਤਰਕ ਕਰਨਾ ਸਿਖਾਇਆ ਗੁਰੂ ਸਾਹਿਬ ਨੇ ਸਾਨੂੰ। ਇਹ ਬਦਕਿਸਮਤੀ ਸਾਡੀ ਕਹਿ ਲੋ, ਬੜੀ ਸੋਹਣੀ ਵਿਚਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਨੂੰ ਦਿੱਤੀ ਸੀ, ਪੁਜਾਰੀਆਂ ਨੇ ਸਾਨੂੰ ਲੁੱਟ ਕੇ ਖਾ ਲਿਆ। ਹਉ ਵਿੱਚ ਹੱਸੇ, ਹਉ ਵਿੱਚ ਰੋਵੇ, ਹਉ ਵਿੱਚ ਭਰੀਏ, ਹਉ ਵਿੱਚ ਧੋਵੇ, ਹਉ ਵਿੱਚ ਜਾਤੀ ਜਿਨਸੀ ਖੋਵੇ। ਤਾਂ ਕਹਿੰਦੇ ਨੇ ਜਿਹੜੇ ਕੁੜਿਆਰੇ ਮਨੁੱਖ ਹਨ, ਜਿਹੜੇ ਪੁਜਾਰੀ ਲੋਕ ਹਨ, ਜਿਨ੍ਹਾਂ ਨੂੰ ਬਾਕੀ ਸਮਾਜ ਏਦਾਂ ਤਲੀਆਂ ਤੇ ਚੱਕਦੀ ਹੈ ਵੀ ਬੱਲੇ ਬੱਲੇ ਬਾਬਾ ਜੀ ਮੱਥਾ ਟੇਕੋ, ਬਾਬਾ ਜੀ ਨੂੰ, ਮਹਾਂਪੁਰਖ ਆਏ ਹਨ, ਸਾਡੇ ਸਿਰ ਉੱਤੇ ਹੱਥ ਰੱਖੋ, ਕਿਰਪਾ ਕਰੋ ਜੀ ਸਾਡੇ ਤੇ। ਉਹੀ ਲੋਕ ਜਾਤ ਪਾਤ ਦਾ ਗੰਦਾ ਕਨਸੈਪਟ ਸਮਾਜ ਦੇ ਵਿੱਚ ਫੈਲਾਉਂਦੇ ਹਨ, ਉਹੀ ਉਹ ਕੁਚੀਲਤਾ ਸਮਾਜ ਦੇ ਵਿੱਚ ਫੈਲਾਉਂਦੇ ਹਨ। And Guru Pasha says, he says, yaar, you are complaining that you are of a low caste. You guys have to go through so many hardships. And at the end of the day, you are falling at the feet of the same person who makes you live life like this. ਤਾਂ ਕਰਕੇ ਅਗਲੀ ਪੰਕਤੀ ਵਿੱਚ ਕਹਿੰਦੇ ਨੇ, that's why they say in the next ਪੰਕਤੀ ਵੀ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। The pujari is the real fool
in this world. The pujari is the real fool in this picture. But because the people are full of ignorance, they say that the pujari is siana. They say, oh, Baba Ji can never lead us astray. ਤਾਂ ਕਰਕੇ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਯਾਰ ਜਿਨ੍ਹਾਂ ਦੇ ਪੈਰਾਂ ਦੇ ਉੱਤੇ ਤੁਸੀਂ ਡਿੱਗ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਮੱਥੇ ਟੇਕ ਰਹੇ ਹੋ, ਕਹਿੰਦੇ ਨੇ ਉਹ ਅਸਲ ਦੇ ਵਿੱਚ ਮੂਰਖ ਹਨ। ਪਰ ਪ੍ਰਜਾ ਅਗਿਆਨਤਾ ਦੇ ਵਸ ਵਿੱਚ ਹੋ ਕੇ ਜੀ ਰਹੀ ਹੈ। ਇਸ ਕਰਕੇ ਉਹਨਾਂ ਮੂਰਖਾਂ ਨੂੰ ਲੋਕੀ ਕੀ ਆਖਦੇ ਹਨ? ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਅਗਿਆਨਤਾ ਦੇ ਕਾਰਨ ਉਹਨਾਂ ਮੂਰਖਾਂ ਨੂੰ ਲੋਕੀ ਸਿਆਣੇ ਕਹਿੰਦੇ ਹਨ। ਪਰ ਪਾਤਸ਼ਾਹ ਕਹਿੰਦੇ ਨੇ ਮੋਖ ਮੁਕਤ ਕੀ ਸਾਰ ਨਾ ਜਾਣਾ। ਕਹਿੰਦੇ ਨੇ ਇਹਨੂੰ ਖੁਦ ਆਪ ਨਹੀਂ ਪਤਾ ਮੁਕਤੀ ਦਾ ਦਰ ਕਿਹੋ ਜਿਹਾ ਹੈ। ਇਹ ਤਾਂ ਮਰਨ ਤੋਂ ਬਾਅਦ ਤੁਹਾਨੂੰ ਲਾਲਚ ਦੇ ਰਿਹਾ ਹੈ, ਮਰਨ ਤੋਂ ਬਾਅਦ ਸਵਰਗ ਮਿਲੇਗਾ। ਇੱਥੇ ਜੀਂਦੇ ਜੀ ਮੁਕਤੀ ਦੀ ਗੱਲ ਕਰੋ, ਜੀਂਦੇ ਜੀ ਸਮਾਜ ਵਿੱਚ ਉਸਾਰੂ ਕੰਮ ਕਰਨ ਦੀ ਗੱਲ ਕਰੋ। The pujari is the real fool in this picture. The people have made him out to be so great. The people have made him out to be a reincarnation of God. But in reality, he does not know the path of liberation. He tells you these lies. After death, you will be taken to heaven. After death, you will be liberated. But if you are not liberated while you are alive, what is the point of liberation after death? ਤਾਂ ਕਰਕੇ ਤਾਂ ਡੰਕੇ ਦੀ ਚੋਟ ਤੇ ਭਗਤ ਨਾਮਦੇਵ ਜੀ ਗੱਲ ਕਰਦੇ ਆ, ਮੂਏ ਹੋਏ ਜੇ ਮੁਕਤ ਦੇਹੋਗੇ ਦਾ ਲਲਕਾਰ ਕੇ ਕਹਿੰਦੇ ਨੇ ਪੁਜਾਰੀ ਨੂੰ, ਵੇ ਓਏ ਪੁਜਾਰੀਆ ਮੂਏ ਹੋਏ ਜੇ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ। ਮੈਂ ਤੇਰੀ ਮੁਕਤੀ ਦੇ ਨਾਲ ਲੈਣਾ ਕੀ ਜਿਹੜੀ ਮਰਨ ਤੋਂ ਬਾਅਦ ਮਿਲਦੀ ਹੈ। ਤੂੰ ਤਾਂ ਇੱਥੇ ਜਾਤਾਂ ਪਾਤਾਂ ਦੇ ਵਿੱਚ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ। ਮੈਨੂੰ ਮੁਕਤੀ ਇੱਥੇ ਚਾਹੀਦੀ ਹੈ। ਤਾਂ ਉਹ ਮੁਕਤ ਹੋਏ ਵੀ। ਏਦਾਂ ਉਹਨਾਂ ਨੇ ਸਿਰ ਉੱਚਾ ਕਰਕੇ ਜੀ ਕੇ ਵਿਖਾਇਆ, ਭਾਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਾਂ ਲਾਹਨਤ ਹੋ ਗਈ ਸਾਡੇ ਤੇ, ਸੱਚੀ ਕਹਿਣਾ ਵੀ ਲਾਹਨਤ ਹੋ ਗਈ ਸਾਡੇ ਤੇ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਅੱਗੇ ਮੱਥਾ ਟੇਕਣ ਦੇ ਬਾਵਜੂਦ, ਇਹਨਾਂ ਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਜਿੱਥੇ ਸਹੂਲਤਾਂ ਹੀ ਸਹੂਲਤਾਂ ਹਨ, ਜੇ ਸਾਡੀ ਜ਼ੁਬਾਨ ਨਾ ਖੁੱਲੀ, ਜੇ ਅਸੀਂ ਇਦਾਂ ਝੂਠ ਨੂੰ ਝੂਠ ਅਤੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਨਾ ਰੱਖੀ, ਸੱਚੀ ਆਉਣ ਵਾਲੀਆਂ ਪੀੜ੍ਹੀਆਂ ਨੇ ਨਹੀਂ ਤੁਹਾਨੂੰ ਬਖਸ਼ਣਾ। Your children will ask you questions in the future. When you had the chance to speak, when you had the opportunity to speak, why did you go silent all of a sudden? ਮੋਖ ਮੁਕਤ ਕੀ ਸਾਰ ਨਾ ਜਾਣ। ਫਿਰ ਪਾਤਸ਼ਾਹ ਕਹਿੰਦੇ ਨੇ ਹਉ ਵਿੱਚ ਮਾਇਆ, ਹਉ ਵਿੱਚ ਛਾਇਆ। ਵੀ ਦੁਨੀਆ ਨੇ ਕੀ ਕੀਤਾ, ਲੋਕਾਂ ਨੇ ਕੀ ਕੀਤਾ, ਉਹਨਾਂ ਨੇ ਅਗਿਆਨਤਾ ਦੇ ਵਸ ਵਿੱਚ ਪੈ ਕੇ ਪੁਜਾਰੀਆਂ ਦਾ ਅਸਰ ਕਬੂਲ ਕਰਨਾ ਸ਼ੁਰੂ ਕਰ ਦਿੱਤਾ। What did the people of society do? They fell into that trap of ignorance. And they started letting the pujari have control over their everyday lives. Every little thing they did, they went to their Baba Ji to ask. Every little thing that they did, they went to the Brahman to ask him, the pujari to ask him. ਤੇ ਹਉਮੈ ਕਰ ਕਰ ਜੰਤ ਉਪਾਇਆ। ਇਸੇ ਤਰ੍ਹਾਂ ਪੁਜਾਰੀ ਨੇ ਬੁਰੀ ਤਰ੍ਹਾਂ ਇਦਾਂ ਅਗਿਆਨਤਾ ਹੀ ਅਗਿਆਨਤਾ ਸਮਾਜ ਵਿੱਚ ਫੈਲਾਈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਫਿਕਰ ਨਾ ਕਰੋ, ਤਰੀਕਾ ਹੈ। ਜੇ ਤੁਸੀਂ ਛੁੱਟਣਾ ਚਾਹੁੰਦੇ ਹੋ ਇਹਨਾਂ ਮਨੌਤਾਂ ਤੋਂ, ਜੇ ਤੁਸੀਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਤਰੀਕਾ ਜ਼ਿੰਦਗੀ ਵਿੱਚ ਅਪਣਾਓ। ਗੁਰੂ ਪਾਤਸ਼ਾਹ says there is a method to regain control of your life. So ਪਾਤਸ਼ਾਹ, what is that method? ਤਰੀਕਾ ਕੀ ਆ ਪਾਤਸ਼ਾਹ? ਕਹਿੰਦੇ ਨੇ ਹਉਮੈ ਬੁੱਝੈ ਤਾਂ ਦਰ ਸੁਝੈ, ਗਿਆਨ ਵਿਹੂਣਾ ਕਥ ਕਥ ਲੁੱਝੈ। ਵੀ ਜੇ ਲੋਕ ਆਪਣੇ ਆਪ ਅਗਿਆਨਤਾ ਨੂੰ ਬੁੱਝਣ ਦੀ ਕੋਸ਼ਿਸ਼ ਕਰਨ, ਭਾਵ ਉਸ ਅਗਿਆਨਤਾ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵੀ ਯਾਰ ਇਹ ਤਾਂ ਸਾਰਾ ਜਾਲ ਪੁਜਾਰੀ ਨੇ ਬਣਿਆ ਹੋਇਆ ਹੈ। If people try to understand that this is all a facade, that the only thing that the pujari is trying to accomplish is he wants to control your lives. He wants to keep you ignorant, because if you bring wisdom into your life, you will start questioning his every move, and then he is finished. Like slowly and slowly our Babbe are becoming finished today. Why? Because people are beginning to ask questions. The one who does self-analysis, he can understand that liberation is only something that you can experience in this life. ਵੀ ਮੁਕਤੀ ਜੀਂਦੇ ਜੀ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਗਿਆਨ ਵਿਹੂਣਾ ਕਥ ਕਥ ਲੁੱਝੇ। ਨਹੀਂ ਤਾਂ ਇਦਾਂ ਅਗਿਆਨਤਾ ਦੇ ਵਿੱਚ ਫਸ ਕੇ ਬੰਦੇ ਨੇ ਜ਼ਿੰਦਗੀ ਨਰਕ ਬਣਾ ਦਿੱਤੀ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਗੁਰੂ ਪਾਤਸ਼ਾਹ ਕਹਿੰਦੇ ਨੇ
ਕਹਿੰਦੇ ਨੇ ਪਰ ਜਿਹੜੇ ਪੁਜਾਰੀ ਦਾ ਕਾਮਯਾਬ ਹੋਏ ਲੋਕਾਂ ਦੇ ਵਿੱਚ ਇਹ ਭਰਮ ਫੈਲਾਉਣ ਵਿੱਚ ਕਿ ਨਹੀਂ ਯਾਰ ਉਹ ਤਾਂ ਨਾਨਕ ਹੁਕਮੀ ਲਿਖੀ ਹੈ ਲੇਖ ਵੀ ਇਹ ਤਾਂ ਰੱਬ ਨੇ ਸਾਰਾ ਕੁਝ ਲਿਖਿਆ ਹੋਇਆ ਹੈ, ਇਹ ਤਾਂ ਹੁਕਮ ਅਨੁਸਾਰ ਹੀ ਜਾਤ ਪਾਤ ਦਾ ਕਨਸੈਪਟ ਘੜਿਆ ਗਿਆ, ਇਹ ਤਾਂ ਕੁਦਰਤੀ ਸਾਰਾ ਕੁਝ ਹੋ ਰਿਹਾ ਹੈ। Guru Pasha says, he says that if the pujari is successful in convincing the people that everything that is happening because God ordered it to happen, ਜਿਹਾ ਵੇਖਿਆ ਤੇਹਾ ਵੇਖ, ਫਿਰ ਤਾਂ ਪੁਜਾਰੀ ਨੇ ਦੁਨੀਆ ਨੂੰ ਨਚਾਉਣਾ ਹੀ ਨਚਾਉਣਾ, ਦੁਨੀਆ ਪੁਜਾਰੀ ਦੇ ਇਸ਼ਾਰਿਆਂ ਤੇ ਨੱਚੇਗੀ ਫਿਰ। ਔਰ ਬਹੁਤ ਲੰਮੇ ਸਮੇਂ ਤੋਂ ਅਸੀਂ ਪੁਜਾਰੀ ਦੇ ਇਸ਼ਾਰਿਆਂ ਤੇ ਨੱਚਦੇ ਆ ਰਹੇ ਹਾਂ। However the pujari wants you to act, then you will start to act, because in your head it will be like, oh no, God ordered this to happen. If I belong to a low caste, God said it should be like this. If I am encountering hardships in my life, God is making me go through these difficult times. But no, Guru Pasha says there is nothing like that. ਬੰਦਾ ਆਪਣੇ ਲੇਖ ਆਪ ਲਿਖਦਾ ਹੈ, you create your own destiny. ਸੋ ਇਸ ਕਰਕੇ ਆਓ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਆਪਣੀ ਤਕਦੀਰ ਲਿਖਣ ਦੀ ਗੱਲ ਆਪ ਕਰੀਏ, ਆਪਣੇ ਫੈਸਲੇ ਆਪ ਲਈਏ, ਜਿਵੇਂ ਕਿ ਸਾਡਿਆਂ ਪਾਤਸ਼ਾਹ ਨੇ ਲੈਸਨ। Let us read ਗੁਰਬਾਣੀ, let us understand ਗੁਰਬਾਣੀ, let us bring ਗੁਰਬਾਣੀ into our daily lives so that we may live life full of confidence, live life full of freedom like our Guru Pasha, like our forefathers lived before us. ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਅੱਜ ਦੀ ਡੇਟ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।